ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੈਨੇਡਾ ਵਿੱਚ ਇੱਕ ਸ਼ਹਿਰ ਹੈ ਸਰੀ। ਉੱਥੇ ਗੁਰਦੁਆਰਾ ਹੈ ਦਸ਼ਮੇਸ਼ ਦਰਬਾਰ। 4 ਤੋਂ 5 ਦਿਨ ਸਤਿਗੁਰੂ ਜੀ ਨੇ ਉੱਥੇ ਕਿਸੇ ਕੀਰਤਨੀਏ ਤੋਂ ਸੇਵਾ ਲਈ। ਉੱਥੇ ਇੱਕ ਦਿਨ 8 ਤੋਂ 9 ਰਾਤੀ ਗੁਰੂ ਸਾਹਿਬ ਨੇ ਹਾਜ਼ਰੀ ਲਗਵਾਈ ਕੀਰਤਨ ਦੀ ਸੇਵਾ ਲਈ। ਉੱਥੇ ਸਮੇਂ ਦੀ ਬਹੁਤ ਬੰਦਿਸ਼ ਹੈ। 9 ਵਜੇ ਪੂਰੇ ਆਨੰਦ ਸਾਹਿਬ, 9:05 ਤੇ ਅਰਦਾਸ, 9:10 ਤੇ ਹੁਕਮਨਾਮਾ ਸਾਹਿਬ, 9:15 ਤੇ ਸਤਿਗੁਰੂ ਜੀ ਦਾ ਸਰੂਪ ਦਾ ਸੋਖਾਸਨ ਤੇ 9:20 ਤੋਂ 9:25 ਤੇ ਉਹ ਕੀਰਤਨੀਏ ਬਾਹਰ ਆ ਰਹੇ ਸੀ। ਕੀਰਤਨੀਏ ਤੋਂ ਕੋਈ 8 ਤੋਂ 10 ਇੰਚ ਲੰਬਾ ਸਰੀਰ ਸੀ, ਦਾੜਾ ਖੁੱਲ੍ਹਾ, ਉਮਰ ਹੋਵੇਗੀ ਕੋਈ 55 ਸਾਲ ਦੀ। ਉਸਨੇ ਦਾਸ ਨੂੰ ਇੱਕ ਪਾਨ ਨਾਲ ਗੜਵਕੜੀ ਵਿੱਚ ਲੈ ਲਿਆ ਤੇ ਕਹਿਣ ਲੱਗਾ, ਤੁਹਾਡੇ ਨਾਲ ਕੋਈ ਗੱਲ ਕਰਨੀ ਹੈ। ਕੀਰਤਨੀਏ ਦੇ ਮਨ ਵਿੱਚ ਆਇਆ ਕਿ ਇਹ ਕਿਧਰੇ ਕੋਈ ਕੱਟੜ ਨਾ ਹੋਵੇ, ਕਥਾ ਵਿੱਚ ਕੋਈ ਗੱਲ ਚੰਗੀ ਨਹੀਂ ਲੱਗੀ ਹੋਵੇਗੀ, ਇਸ ਬਾਰੇ ਗੱਲ ਕਰਨੀ ਚਾਹੁੰਦਾ ਹੋਵੇਗਾ। ਕੀਰਤਨੀਏ ਨੇ ਕਿਹਾ ਕਿ ਲੰਗਰ ਤੋਂ ਬਾਅਦ ਗੱਲ ਕਰ ਲਈਏ, ਤਾਂ ਉਹ ਕਹਿਣ ਲੱਗਾ, ਨਹੀਂ, ਹੁਣੇ ਹੀ ਕਰਨੀ ਹੈ। ਉਸ ਤੋਂ ਬਾਅਦ ਉਹ ਸਰੀਰ ਦਾ ਨੂੰ ਸਾਈਡ 'ਤੇ ਲੈ ਗਿਆ ਅਤੇ ਕਹਿਣ ਲੱਗਾ, ਮੈਂ ਕੈਨੇਡਾ ਵਿੱਚ ਆਪਣੀ ਬੇਟੀ ਦਾ ਰਿਸ਼ਤਾ ਕੀਤਾ ਹੈ ਅਤੇ ਮੁੰਡੇ ਵਾਲੇ ਮੀਟ ਦੀ ਰੋਟੀ ਮੰਗਦੇ ਹਨ, ਪਰ ਮੈਂ ਨਹੀਂ ਚਾਹੁੰਦਾ ਕਿ ਮੇਰੀ ਬੱਚੀ ਦੇ ਵਿਆਹ ਵਿੱਚ ਜੀਵਾਂ ਦੀ ਹੱਤਿਆ ਹੋਵੇ। ਜਦੋਂ ਉਸਨੇ ਇਤਨੀ ਗੱਲ ਕਹੀ ਤਾਂ ਉਸ ਕੀਰਤਨੀਏ ਨੇ ਸੋਚਿਆ ਕਿ ਇਹ ਗਲਤੀ ਲੱਭਣ ਵਾਲਾ ਨਹੀਂ, ਇਹ ਤਾਂ ਸਲਾਹ ਲੈਣੀ ਚਾਹੁੰਦਾ ਹੈ। ਉਸ ਦਾ ਹੱਥ ਆਪਣੇ ਮੋਢੇ ਤੋਂ ਥੱਲੇ ਲਾਇਆ ਅਤੇ ਆਖਿਆ ਕਿ ਸਾਹਮਣੇ ਆ ਕੇ ਗੱਲ ਕਰੋ। ਉਹ ਸਾਹਮਣੇ ਆ ਗਿਆ। ਉਸ ਕੀਰਤਨੀਏ ਨੇ ਕਿਹਾ, ਜੇਕਰ ਲੜਕੇ ਵਾਲੇ ਮੀਟ ਦੀ ਰੋਟੀ ਮੰਗਦੇ ਹਨ ਤਾਂ ਤੁਸੀਂ ਉਹਨਾਂ ਨਾਲ ਮੀਟਿੰਗ ਕਰਕੇ ਬੇਨਤੀ ਕਰੋ ਕਿ ਉਹ ਆਪਣੇ ਘਰ ਜੋ ਮਰਜ਼ੀ ਪੇ ਕਰਨ, ਅਸੀਂ ਵੈਸ਼ਨੋ ਰੋਟੀ ਚੰਗੀ ਤੋਂ ਚੰਗੀ ਦੇ ਦੇਵਾਂਗੇ। ਉਹ ਅੱਗੋਂ ਕਹਿਣ ਲੱਗਾ, ਇੱਕ ਵਾਰੀ ਛੱਡ ਕੇ 2 ਵਾਰੀ ਮੀਟਿੰਗ ਕਰ ਬੈਠਾ ਹਾਂ, ਪਰ ਉਹ ਨਹੀਂ ਮੰਨਦੇ। ਉਹ ਕਹਿੰਦੇ ਹਨ ਕਿ ਅਸੀਂ ਰੋਟੀ ਮੀਟ ਦੀ ਹੀ ਲੈਣੀ ਹੈ। ਕੀਰਤਨੀਏ ਨੇ ਫਿਰ ਪੁੱਛ ਲਿਆ, ਜਦੋਂ 2 ਵਾਰੀ ਉਸ ਨਾਲ ਤੁਸੀਂ ਮੀਟਿੰਗ ਕੀਤੀ ਤਾਂ ਇਕੱਲਿਆਂ ਗਏ ਸੀ ਕਿ ਗੁਰੂ ਨੂੰ ਨਾਲ ਖੜਿਆ ਸੀ? ਉਹ ਬੜਾ ਹੈਰਾਨ ਹੋਇਆ ਕਿ ਗੁਰੂ ਨੂੰ ਕਿਵੇਂ ਨਾਲ ਖੜੀਦਾ ਹੈ। ਆਮ ਬੰਦਾ ਇਹੀ ਸੋਚਦਾ ਹੈ ਕਿ ਗੁਰੂ ਬਹੁਤ ਦੂਰ ਹੈ, ਪਰ ਇਹ ਤਾਂ ਪਿਆਰ ਅਤੇ ਸ਼ਰਧਾ ਵਾਲੇ ਜਾਣਦੇ ਹਨ ਕਿ ਉਹ ਕਿੰਨੀ ਨੇੜੇ ਹੈ, ਕਿਵੇਂ ਵਰਤਦਾ ਹੈ। ਕਹਿ ਰਵਿਦਾਸ, ਹੱਥ ਪੈ ਨੇੜੇ, ਜਿਨ੍ਹਾਂ ਦੀ ਤੀਸਰੀ ਅੱਖ ਖੁੱਲ੍ਹੀ, ਜਿਨ੍ਹਾਂ ਕੋਲ ਵੇਖਣ ਵਾਲੀਆਂ ਅੱਖਾਂ ਨਹੀਂ ਹਨ, ਉਹ ਹੀ ਉਸ ਨੂੰ ਦੂਰ ਸਮਝਦੇ ਹਨ। ਸ਼ਰਧਾ ਭਾਵਨਾ ਵਾਲੇ ਤਾਂ ਉਸ ਨੂੰ ਹਰ ਵੇਲੇ ਆਪਣੇ ਅੰਗ ਸੰਗ ਮਹਿਸੂਸ ਕਰਦੇ ਹਨ। ਗੁਰੂ ਸਾਹਿਬਾਂ ਦੀ ਬਾਣੀ ਕੋਈ ਫਿਲਾਸਫੀ ਨਹੀਂ, ਇਹ ਬੀਤੀਆਂ ਹੋਈਆਂ ਹਕੀਕਤਾਂ ਲਿਖੀਆਂ ਹਨ। ਜਿਵੇਂ ਕਿ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛੁਡਾਈ। ਕੀਰਤਨੀਏ ਨੇ ਬੇਨਤੀ ਕੀਤੀ ਕਿ ਇੱਕ ਵਾਰੀ ਫਿਰ ਲੜਕੇ ਵਾਲਿਆਂ ਨਾਲ ਫੋਨ 'ਤੇ ਗੱਲ ਕਰਕੇ ਟਾਈਮ ਮਿਲੋ ਅਤੇ ਹੁਣ ਇਸ ਵਾਰ ਇਕੱਲੇ ਨਾ ਜਾਣਾ, ਗੁਰੂ ਨੂੰ ਨਾਲ ਲੈ ਕੇ ਜਾਣਾ ਹੈ। ਉਹ ਕਹਿਣ ਲੱਗਾ, ਉਹ ਕਿਵੇਂ? ਕੀਰਤਨੀਏ ਨੇ ਕਿਹਾ, ਜਿਸ ਦਿਨ ਦਾ ਟਾਈਮ ਮਿਲੋਗੇ ਉਸ ਦਿਨ ਅੰਮ੍ਰਿਤ ਵੇਲੇ 3 ਵਜੇ ਉੱਠਣਾ ਹੈ। ਉਹ ਬੜਾ ਧਮਕਾ ਕੇ ਕਹਿਣ ਲੱਗਾ, 3 ਵਜੇ? ਤਾਂ ਉਸ ਕੀਰਤਨੀਏ ਨੇ ਕਿਹਾ, ਗੁਰੂ ਐਵੇਂ ਨਹੀਂ ਜਾਂਦਾ। ਕਹਿਣ ਲੱਗਾ, ਚੰਗਾ ਫਿਰ ਉੱਠ ਪਾਵਾਂਗੇ। ਫਿਰ ਕੀਰਤਨੀਏ ਨੇ ਕਿਹਾ, 3 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਨਾ ਹੈ, ਕਿਉਂਕਿ ਸੁਚਮਤਾ ਦੀ ਬਹੁਤ ਲੋੜ ਹੈ। ਬਾਬਾ ਨੰਦ ਸਿੰਘ ਜੀ ਦੇ ਬਚਨ ਹਨ, ਸਫਾਈ, ਸੱਚਾਈ ਅਤੇ ਖੁਦਾਈ ਦਾ ਮੇਲ ਹੈ। ਸੁਚਮਤਾ ਵੱਧ ਤੋਂ ਵੱਧ ਰੱਖਿਆ ਕਰੋ, ਇਹ ਵੀ ਸਿੱਖੀ ਦਾ ਅਸੂਲ ਹੈ। ਹੱਦੋਂ ਵੱਧ ਵਹਿਮ ਕਰਨ ਲਈ ਵੀ ਨਹੀਂ ਕਿਹਾ ਗਿਆ ਸਿੱਖੀ ਵਿੱਚ, ਪਰ ਇੱਕ ਹੱਦ ਤੱਕ ਸੁਚਮਤਾ ਰੱਖਣ ਦਾ ਹੁਕਮ ਹੈ। ਜਿੱਥੇ ਰਸੋਈਏ ਵਿੱਚ ਝੂਠ ਹੋਵੇ, ਉਸ ਘਰ ਵਿੱਚ ਵਾਹਿਗੁਰੂ ਨਹੀਂ ਆਉਂਦਾ। ਬਾਣੀ ਦੀਆਂ ਵੀ ਪੰਕਤੀਆਂ ਹਨ, ਸੁੱਚ ਹੋਵੇ ਤਾਂ ਸੱਚ ਪਾਈਏ। ਅੱਗੋਂ ਕੀਰਤਨੀਏ ਨੇ ਕਿਹਾ ਕਿ ਕੇਸੀ ਇਸ਼ਨਾਨ ਕਰਕੇ 2 ਪਾਠ ਸੁਖਮਨੀ ਸਾਹਿਬ ਦੇ ਇੱਕ ਚੌਕੜੀ 'ਤੇ ਕਰਕੇ ਅਰਦਾਸ ਕਰਨੀ ਹੈ ਸਤਿਗੁਰ ਦੇ ਚਰਨਾਂ ਵਿੱਚ ਕਿ ਸੱਚੇ ਪਾਤਸ਼ਾਹ, ਲੜਕੇ ਵਾਲਿਆਂ ਨਾਲ ਮੀਟਿੰਗ ਕਰਨ ਜਾ ਰਿਹਾ, ਕਿਰਪਾ ਕਰਨਾ, ਆਪ ਜੀ ਮੇਰੇ ਨਾਲ ਰਹਿਣਾ। ਦਾਸ ਨੇ ਕਿਹਾ ਕਿ ਇਸ ਤਰ੍ਹਾਂ ਜੁਗਤੀ ਨਾਲ ਜਾਓਗੇ ਤਾਂ ਤੁਸੀਂ ਉਸ ਤੋਂ ਬਾਅਦ ਵਿੱਚ ਪਹੁੰਚੋਗੇ। ਗੁਰੂ ਉੱਥੇ ਪਹਿਲਾਂ ਪਹੁੰਚਿਆ ਹੋਵੇਗਾ। ਇਹ ਸ਼ਨੀਵਾਰ ਰਾਤ ਦੀ ਵਾਰਤਾ ਹੈ। ਅਗਲੇ ਦਿਨ ਐਤਵਾਰ ਸਵੇਰੇ ਉਸੇ ਗੁਰਦੁਆਰੇ ਵਿੱਚ 12 ਤੋਂ 1 ਵਜੇ ਤੱਕ ਉਹਨਾਂ ਦੀ ਕੀਰਤਨ ਦੀ ਹਾਜ਼ਰੀ ਸੀ। ਉਹ ਹਾਜ਼ਰੀ ਲਗਾ ਕੇ ਲੰਗਰ ਘਰ ਵਿੱਚ ਬੈਠੇ ਸੀ ਤਾਂ ਉਹ ਸਰਦਾਰ ਜੀ ਦੂਰੋਂ ਤੁਰੇ ਆਣ ਕੇ ਕਹਿਣ ਲੱਗੇ, ਭਾਈ ਸਾਹਿਬ ਜੀ ਵਧਾਈ ਹੋਵੇ। ਕੀਰਤਨੀਏ ਨੇ ਕਿਹਾ, ਵਧਾਈ ਕਾਹਦੀ? ਕਹਿਣ ਲੱਗਾ, ਤੁਸੀਂ ਜਿਹੜਾ ਫਾਰਮੂਲਾ ਦੱਸਿਆ ਸੀ ਉਹ ਅਸੀਂ ਰਾਤ ਹੀ ਵਰਤ ਲਿਆ। ਅਸੀਂ ਇੱਥੋਂ ਜਦੋਂ ਗਏ ਤਾਂ ਘਰ ਪਹੁੰਚਦਿਆਂ ਹੀ ਕੁੜਮਾ ਨੂੰ ਫੋਨ ਕੀਤਾ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਕਰਨੀ ਚਾਹੁੰਦੇ ਹਾਂ। ਉਹਨਾਂ ਨੇ 9 ਵਜੇ ਦਾ ਟਾਈਮ ਪੱਕਾ ਕੀਤਾ। ਮੈਂ ਤੁਹਾਡੇ ਦੱਸੇ ਤਰੀਕੇ ਮੁਤਾਬਕ 3 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਜ਼ਿੰਦਗੀ ਵਿੱਚ ਪਹਿਲੀ ਵਾਰ 2 ਪਾਠ ਸੁਖਮਨੀ ਸਾਹਿਬ ਦੇ ਇੱਕੋ ਚੌਂਕੜੀ 'ਤੇ ਕਰਕੇ ਦੇਗ ਕਰਾ ਕੇ ਅਰਦਾਸ ਕੀਤੀ, ਸਤਿਗੁਰ ਦੇ ਚਰਨਾਂ ਵਿੱਚ ਤੇ ਚਲਾ ਗਿਆ। ਉਹਨਾਂ ਨਾਲ ਮੀਟਿੰਗ ਕਰਨ 2-3 ਸਰੀਰ ਦੇ ਉਹ ਸਨ ਅਤੇ 2 ਅਸੀਂ ਸਨ। ਉਸਨੇ ਦੱਸਿਆ ਕਿ ਮੈਂ ਅਜੇ ਗੱਲ ਸ਼ੁਰੂ ਹੀ ਕੀਤੀ ਕਿ ਤੁਸੀਂ ਵਿਆਹ ਵਿੱਚ ਮੀਟ ਦੀ ਰੋਟੀ ਨਾ ਲਵੋ। ਨਾਲ ਹੀ ਮੇਰਾ ਕੁੜਮ ਕਹਿਣ ਲੱਗਾ, ਤੁਸੀਂ ਇਹੀ ਗੱਲ ਅੱਗੇ ਵੀ 2-3 ਵਾਰੀ ਕਹਿ ਬੈਠੇ ਹੋ। ਜੇ ਤੁਹਾਡਾ ਇਸ ਚੀਜ਼ 'ਤੇ ਨਹੀਂ ਮਨ ਮੰਨ ਰਿਹਾ ਤਾਂ ਫਿਰ ਜਿਵੇਂ ਤੁਸੀਂ ਕਹਿੰਦੇ ਹੋ ਉਸੇ ਤਰ੍ਹਾਂ ਹੀ ਕਰ ਲੈਂਦੇ ਹਾਂ। ਉਹ ਸਰਦਾਰ ਕਹਿਣ ਲੱਗਾ, ਮੈਂ ਮਨ ਵਿੱਚ ਸੋਚਿਆ ਕਿੱਥੇ ਤਾਂ ਇਹ ਮੇਰੇ ਪੈਰ ਹੀ ਨਹੀਂ ਸੀ ਲੱਗਣ ਦਿੰਦਾ। ਇਸ ਬਾਰੇ ਗੱਲ ਸੁਣਨ ਨੂੰ
ਨਹੀਂ ਸੀ ਤਿਆਰ। ਕਹਿੰਦਾ ਸੀ ਐਸਾ ਹੋ ਹੀ ਨਹੀਂ ਸਕਦਾ। ਅੱਜ ਕਿਵੇਂ 1 ਮਿੰਟ ਵਿੱਚ ਹੀ ਹਾਮੀ ਭਰ ਦਿੱਤੀ। ਮੈਂ ਸਮਝ ਗਿਆ ਕਿ ਇਹ ਜਿਸ ਦੀ ਬਾਣੀ ਪੜ੍ਹ ਕੇ ਗਿਆ ਸੀ ਉਸਨੇ ਮੇਰੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੇ ਹਿਰਦੇ ਵਿੱਚ ਬੈਠ ਕੇ ਉਸ ਦੇ ਮਨ ਨੂੰ ਬਦਲ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।